आज जहरा जहूर हाजरा हजूर। ਸਰਬ ਕਲਾ ਸਮਰੱਥ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੇ ਉਪਕਾਰੀ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ ਵਡਭਾਗੀ ਆ ਨੂੰ ਗਰੀਬ ਨਵਾਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਰਤਨ ਸੋਦਰ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਸ਼੍ਰੀ ਮੁਖ ਵਾਕ ਸ਼ਰਵਣ ਕੀਤੇ ਲਾਭ ਖਟਿਆ। ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਇਤਿਹਾਸ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਅਸ਼ੀਸ਼ ਬਖਸ਼ੋ ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਾਲਾ ਪ੍ਰਸੰਗ ਸੰਖੇਪ ਮਾਤਰ ਟੂਕ ਕੋ ਦੁਹਰਾ ਲਈਏ ਤਾਂ ਕਿ ਅੱਗੇ ਆ ਰਹੀ ਕਥਾ ਨੂੰ ਸਮਝਣ ਵਿੱਚ ਮੁਸ਼ਕਲ ਨਾ ਸਾਬਤ ਹੋਵੇ। ਬਾਬਾ ਬਿਧੀ ਚੰਦ ਸਾਹਿਬ ਜੀ ਮੁਗਲਾਂ ਦੁਆਰਾ ਜ਼ਬਤ ਕੀਤੇ ਗੁਰੂ ਘਰ ਦੇ ਗਹਿਣੇ ਵਾਪਸ ਲੈ ਕਰਕੇ ਪਰਤੇ। ਮਾਤਾ ਨਾਨਕੀ ਜੀ ਨੂੰ ਉਹ ਸੰਦੂਖ ਦਿੱਤਾ। ਮਾਤਾ ਜੀ ਬੜੇ ਪ੍ਰਸੰਨ ਹੋਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕਰਕੇ ਇਹ ਸਾਰੇ ਗਹਿਣੇ ਪੈਂਦੇ ਖਾਨ ਦੀ ਪਤਨੀ ਘਰਵਾਲੀ ਦੇ ਤਾਈ ਦੇ ਦਿੱਤੇ ਹਨ, ਜਿਹੜੇ ਸੋਨੇ ਦੇ ਨਾਲ ਵਿੱਚ ਹੀਰੇ ਮੋਤੀਆਂ ਦੇ ਜੜਾ ਦੇ ਨਾਲ ਜੜੇ ਹੋਏ ਬੜੇ ਸੁੰਦਰ ਸੋਹਣੇ ਦਿਸਦੇ ਹੈ। ਔਰ ਇਸੇ ਤਰੀਕੇ ਕੁਝ ਗਹਿਣੇ ਇਸ ਦੇ ਵਿੱਚੋਂ ਜੋ ਸਤਿਗੁਰਾਂ ਦਾ ਬਾਬਕਰ ਬਾਬੀ ਹੈ, ਇਸ ਦੀ ਪਤਨੀ ਨੂੰ ਮਾਤਾ ਨਾਨਕੀ ਜੀ ਨੇ ਆਸ਼ੀਰਵਾਦ ਸਰੂਪ ਬਖਸ਼ਿਸ਼ ਕਰ ਦਿੱਤੇ। ਇਹ ਦੋਵੇਂ ਸਿੱਖਾਂ ਦੀਆਂ ਪਤਨੀਆਂ ਗਹਿਣੇ ਲੈ ਕਰਕੇ ਬੜੀਆਂ ਪ੍ਰਸੰਨ ਹੋਈਆਂ। ਇਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਔਰ ਮਾਤਾ ਨਾਨਕੀ ਜੀ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਭ ਜਸ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਇਸ ਤਰੀਕੇ ਦੇ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬੇਅੰਤ ਕੌਤਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਹਰ ਰੋਜ਼ ਵਰਤਦੇ ਹੈ। ਜਿਨ੍ਹਾਂ ਕੌਤਕਾਂ ਨੂੰ ਵੇਖ ਸੁਣ ਕੇ ਬੇਅੰਤ ਸੰਗਤਾਂ ਲਾਹਾ ਲਾਭ ਪ੍ਰਾਪਤ ਕਰਦੀਆਂ ਹਨ, ਸੁਖ ਸਰੂਪ ਸੁਖ ਆਨੰਦ ਮਾਣਦੀਆਂ ਹਨ। ਇੱਥੋਂ ਤੱਕ ਆਪਾਂ ਇਹ ਕੱਲ ਪਾਵਨ ਪਵਿੱਤਰ ਇਤਿਹਾਸ ਦਾ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਗੁਰ ਇਤਿਹਾਸ ਦੀ ਇਹ ਪਾਵਨ ਪਵਿੱਤਰ ਵਿਚਾਰ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਪਵਿੱਤਰ ਇਤਿਹਾਸ ਦੀ ਕਥਾ ਦੇ ਨਾਲ ਜੁੜ ਕੇ ਨਿਹਾਲ ਹੋਈਏ ਜੀ।
ਸਾਹਿਬ ਜੀ। ਇਸ ਪ੍ਰਕਾਰ ਕਰਤਾਰਪੁਰ ਕੇਤਕ ਦਿਨ ਟਾਰੇ। ਇਸ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਤਨੇ ਕੁ ਦਿਨ ਆਪਣੇ ਕਰ ਕਮਲਾਂ ਦੇ ਨਾਲ ਵਸਾਏ ਹੋਏ ਸ਼ੁਭ ਨਗਰ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬਤੀਤ ਕੀਤੇ। ਸੁਣ ਸੁਣ ਆਵੈ ਸੰਗਤਾਂ ਬਹੁ ਦਿਸਣ ਨਿਹਾਰੇ। ਸੁਣ ਸੁਣ ਕੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਹਜ਼ੂਰ ਸਤਿਗੁਰਾਂ ਦੀ ਚਰਨ ਸ਼ਰਨ ਪਹੁੰਚਦੀਆਂ ਹਨ ਔਰ ਚਾਰ ਸਫੇਰਿਆਂ ਤੋਂ ਆ ਕਰਕੇ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਦੀਆਂ ਜੀ। ਮਨੋ ਕਾਮਨਾ ਪਾਏ ਕਰ ਗਨ ਭੀਟ ਚੜਾਵੈ। ਆਪਣੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚੋਂ ਸਤਿਗੁਰਾਂ ਦੇ ਹਜ਼ੂਰ ਅਰਜ਼ ਗੁਜ਼ਾਰ ਕੇ ਬੇਨਤੀ ਕਰਕੇ ਔਰ ਬੇਅੰਤ ਕੀਮਤੀ ਜਿਹੜੀਆਂ ਬੇਸ਼ਕੀਮਤੀ ਭੇਟਾਵਾਂ ਉਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੜਾਉਂਦੀਆਂ ਹਨ ਜੀ। ਦੇਸ਼ ਵਿਦੇਸ਼ਾਂ ਸਿੱਖ ਬਾਹ ਪੁਰਬਾਂ ਦਰਸਾਵੈ। ਦੇਸ਼ਾਂ ਤੇ ਵਿਦੇਸ਼ਾਂ ਦੇ ਬੇਅੰਤ ਸਿੱਖ ਦਿਨ ਦਿਹਾੜਿਆਂ ਦੇ ਉੱਪਰ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦੇ ਲਈ ਤਿਉਹਾਰਾਂ ਦੇ ਮੌਕੇ ਦੂਰ ਦਰਾਡਿਓਂ ਪਹੁੰਚਦੇ ਐ ਪੁੱਜਦੇ ਐ। ਸਭ ਦਿਸ ਵਿਖੈ ਮਸੰਦ ਗਰ ਨਹੀਂ ਗੁਰਕਾਰਾ। ਚਾਰ ਸਫੇਰਿਆਂ ਤੋਂ ਚਾਰਾਂ ਦਿਸ਼ਾਵਾਂ ਦੇ ਵਿੱਚੋਂ ਬੇਅੰਤ ਮਸੰਦ ਗੁਰੂ ਘਰ ਦੀ ਕਾਰ ਭੇਟਾ ਲਿਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਆ ਭੇਟਾ ਕਰਦੇ ਆ। ਲੱਖੋਂ ਧਨ ਕੋ ਅਰਪਤੇ ਸਤਿਗੁਰ ਦਰਬਾਰਾ। ਲੱਖਾਂ ਦੀ ਗਿਣਤੀ ਦਾ ਧਨ ਗਰੀਬ ਨਵਾਜ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਲਿਆ ਕਰਕੇ ਅਰਪਣ ਕਰਦੇ ਆ। ਬੇਸ਼ੁਮਾਰ ਧਨ ਸਿੱਖ ਸੰਗਤਾਂ ਮਸੰਦਾਂ ਦੇ ਤਾਈਂ ਕੱਢਿਆ ਹੋਇਆ ਦਸਵੰਧ ਗੁਰੂ ਚਰਨਾਂ ਵਿੱਚ ਪਹੁੰਚਾਉਣ ਵਾਸਤੇ ਦੇ ਦਿੰਦੀਆਂ ਹਨ ਜੀ। ਮੀਂਹ ਖਰਚ ਵਿਸਾਲ ਹਵੈ ਗੁਰ ਦੀਗ ਚਲਾਵੈ। ਇਸੇ ਤਰੀਕੇ ਬੇਅੰਤ ਬਹੁਤ ਜ਼ਿਆਦੀ ਵੱਡੀ ਦੇਗ ਹੁੰਦੀ ਹੈ। ਲੰਗਰ ਚੱਲਦਾ ਜਿੰਨਾ ਕੁ ਧਨ ਆਉਂਦਾ ਸਤਿਗੁਰਾਂ ਦੇ ਪਾਸ ਉਹਨਾਂ ਕੀ ਧਨ ਸ਼ੁਭ ਕਾਰਜਾਂ ਦੇ ਵਿੱਚ ਸਿੱਖ ਸੰਗਤਾਂ ਦੀ ਸੇਵਾ ਦੇ ਵਿੱਚ ਖਰਚ ਹੋ ਜਾਂਦਾ ਹੈ ਜੀ। ਸੁਬਟਨ ਕੋ ਦੇ ਚਾਕਰੀ ਸਿਰ ਪਾਓ ਦਿਵਾਵੈ। ਸੁਬਟਨ ਸੂਰਮਿਆਂ ਦੇ ਤਾਈਂ ਇਸ ਧਨ ਦੇ ਵਿੱਚੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਔਰ ਇਸੇ ਤਰੀਕੇ ਦੇ ਨਾਲ ਸਿਰੋਂ ਪਾਓ ਦੇ ਕੇ ਸੂਰਮਿਆਂ ਦੇ ਤਾਈਂ ਨਵਾਜਿਆ ਜਾਂਦਾ ਹੈ। ਦੋਹਰਾ ਇਸ ਵਿਦ ਗੁਰ ਘਰ ਕੇ ਖਰਚਾ ਨਿਤ ਪ੍ਰਤ ਹੋਤ ਵਿਸਾਲ। ਇਸ ਤਰੀਕੇ ਦੇ ਨਾਲ ਜਿਹੜੇ ਗੁਰੂ ਘਰ ਦੇ ਖਰਚ ਹੈ ਉਹ ਨਿਤਾ ਪ੍ਰਤੀ ਹਰ ਰੋਜ਼ ਬਹੁਤ ਭਾਰੀ ਮਾਤਰਾ ਦੇ ਵਿੱਚ ਧਨ ਦਾ ਖਰਚਾ ਆਉਂਦਾ ਇਹਨਾਂ ਕਾਰਜਾਂ ਵਿੱਚ ਜੀ। ਮੀਂਹ ਆਵਤ ਦਰਬ ਬਹ ਪੂਰਾ ਹੈ ਗੁਰੂ ਕਿਰਪਾਲ। ਇਸੇ ਤਰੀਕੇ ਦੇ ਨਾਲ ਬਹੁਤ ਸਾਰਾ ਧਨ ਆਉਂਦਾ ਔਰ ਗਰੀਬ ਨਵਾਜ ਗੁਰੂ ਸਾਹਿਬ ਜੀ ਇਸ ਧਨ ਦੇ ਨਾਲ ਐਸੇ ਸ਼ੁਭ ਕਾਰਜਾਂ ਦੇ ਵਿੱਚ ਇਸ ਧਨ ਨੂੰ ਖਰਚ ਕਰ ਦਿੰਦੇ ਹਨ। ਦੋਹਰਾ ਸਹਿਜ ਸੁਭਾਇਕ ਸਤਿਗੁਰੂ ਗਏ ਮਹਿਲ ਕੇ ਮਾਹੇ। ਇੱਕ ਦਿਨ ਇਉਂ ਹੀ ਸੁਤੇ ਸਿੱਧ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸ਼ੁਭ ਮਹਿਲਾਂ ਦੇ ਵਿੱਚ ਪਹੁੰਚੇ ਹਨ ਜੀ। ਬਿਧੀ ਚੰਦ ਕੋ ਸੰਗ ਲੈ ਬੈਠੇ ਤਹਾਂ ਸੁਹਾਹੇ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਪਣੇ ਨਾਲ ਲਿਆ ਹੋਇਆ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਔਰ ਉੱਥੇ ਬੈਠੇ ਹੋਏ ਗਰੀਬ ਨਵਾਜ ਸੱਚੇ ਪਾਤਸ਼ਾਹ ਸ਼ੁਭ ਸ਼ੋਭਾ ਪਾ ਰਹੇ ਹਨ। ਉੱਥੋਂ ਦੇ ਅਲੌਕਿਕ ਸੁੰਦਰਤਾ ਹੈ। ਚੌਪਈ ਤਬਹ ਨਾਨਕੀ ਆਰਾਮ ਰਵਾਹੀ। ਉਸ ਸਮੇਂ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਸਤਿਗੁਰਾਂ ਦੇ ਦੋਵੇਂ ਮਹਿਲ ਬੈਠੀ ਆਏ ਬੰਦ ਕਰ ਪਾਹੀ। ਦੋਵੇਂ ਮਾਤਾਵਾਂ ਸਤਿਗੁਰਾਂ ਦੇ ਪਾਸ ਆਈਆਂ ਸਤਿਗੁਰਾਂ ਦੇ ਚਰਨਾਂ ਤੇ ਸਿਰ ਨਵਾਇਆ ਮਸਤਕ ਨਵਾਇਆ ਮੱਥਾ ਟੇਕਿਆ ਹੈ। ਨਮਸਕਾਰ ਕਰਕੇ ਪਾਸ ਬੈਠ ਗਏ ਸਤਿਗੁਰੂ ਕੇ ਦੋਵੇਂ ਮਹਿਲ। ਸਕਾਵਤ ਬੂਝਤ ਗੁਰ ਸੰਗਾ। ਮੁਸਕਰਾਉਂਦਿਆਂ ਹੋਇਆਂ
ਗੁਰੂ ਕੇ ਮਹਿਲਾ ਨੇ ਸਤਿਗੁਰਾਂ ਦੇ ਪਾਸੋਂ ਪੁੱਛਿਆ। ਵਿਧੀ ਚੰਦ ਤੁਮਰੋ ਸਿੱਖ ਚੰਗਾ, ਕਿਹੇ ਗਰੀਬ ਨਵਾਜ ਤੁਹਾਡਾ ਜੋ ਵਿਧੀ ਚੰਦ ਸਿੱਖ ਹੈ ਬਹੁਤ ਨਿਪੁੰਨ ਸਿੱਖ ਹੈ, ਸਿੱਖੀ ਦੇ ਵਿੱਚ ਸਿੱਖੀ ਨੂੰ ਧਾਰਨ ਵਾਲਾ ਸਿੱਖ ਹੈ ਜੀ। ਭਾਵ ਤਾਰ ਆਪ ਕੋ ਪਹਾਰਾ, ਆਪ ਜੀ ਦਾ ਇਸ ਸੰਸਾਰ ਦੇ ਵਿੱਚ ਭਾਰੀ ਅਵਤਾਰ ਹੋਇਆ ਹੈ। ਬਲਵਾਨ ਹੋ, ਆਪ ਵੈਰੀਆਂ ਦੇ ਨਾਸ਼ਕ ਹੋ, ਸ਼ਕਤੀਸ਼ਾਲੀ ਹੋ। ਕਲ ਮਹਿ ਕੁਟਲਾ ਕਰੇ ਨਿਸਤਾਰਾ, ਤੁਸੀਂ ਕਲਯੁਗ ਦੇ ਸਮੇਂ ਦੇ ਵਿੱਚ ਕੁਟਿਲ ਜਿਹੜੇ ਟੇਢੇ ਟੇਢੇ ਲੋਕ ਹਨ, ਅਭਿਮਾਨੀ, ਅਹੰਕਾਰੀ, ਵਿਸ਼ਈ, ਵਿਕਾਰੀ, ਸਾਰਿਆਂ ਦਾ ਨਿਸਤਾਰਾ ਕੀਤਾ। ਭਾਵ ਸਭ ਨੂੰ ਸਜ਼ਾਵਾਂ ਦਿੱਤੀਆਂ ਤੁਸੀਂ। ਕੁਟਲ ਜਿਹੜੇ ਵੱਡੇ ਵੱਡੇ ਪਾਪੀ ਹੈ, ਜਿਹੜੇ ਆਪ ਜੀ ਦੀ ਸ਼ਰਨ ਪਏ, ਨਿਸਤਾਰਾ ਉਹਨਾਂ ਦਾ ਤੁਸੀਂ ਪਾਰ ਉਤਾਰਾ ਕੀਤਾ ਹੈ। ਜਿਹੜੇ ਅਭਿਮਾਨੀ ਆਪ ਜੀ ਦੇ ਸਨਮੁਖ ਅੜੇ ਹਨ, ਉਹ ਵਿਨਾਸ਼ ਹੋਏ, ਆਪ ਜੀ ਦਾ ਸਾਹਮਣਾ ਨਹੀਂ ਕਰ ਸਕੇ। ਆਪ ਜੀ ਦੇ ਪ੍ਰਤਾਪ ਦੇ ਨਾਲ ਆਪ ਜੀ ਦੇ ਸਾਹਮਣੇ ਹਾਰ ਗਏ, ਦੰਡ ਭੁਗਤਾਇਆ। ਜਿਹੜੇ ਸ਼ਰਨ ਪਏ ਉਹਨਾਂ ਦੇ ਪਾਪਾਂ ਨੂੰ ਵਿਨਾਸ਼ ਕਰਕੇ ਤੁਸੀਂ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ ਜੀ। ਬਣਿਓ ਸਿੱਖ ਰਾਵਰ ਕੋ ਆਏ, ਇਹ ਜੋ ਸਿੱਖ ਹੈ ਬਾਬਾ ਵਿਧੀ ਚੰਦ ਸਾਹਿਬ ਆਪ ਜੀ ਦਾ ਸਿੱਖ ਬਣਿਆ, ਆਪ ਜੀ ਦੀ ਸ਼ਰਨ ਆ ਕਰਕੇ। ਤਉ ਸੁਭਾਵ ਨਾ ਪਲਟਿਓ ਜਾਏ, ਪਰ ਫਿਰ ਵੀ ਜੋ ਇਸ ਦਾ ਸੁਭਾਵ ਹੈ, ਉਸ ਦੇ ਸੁਭਾਵ ਦੇ ਤਾਈਂ ਆਪ ਜੀ ਨੇ ਪਲਟਿਆ ਨਹੀਂ ਹੈ, ਨਿਰਵਿਰਤ ਨਹੀਂ ਕੀਤਾ ਸੱਚੇ ਪਾਤਸ਼ਾਹ। ਚੋਰੀ ਕਰਤ ਹੇਤ ਉਪਕਾਰੀ, ਹੁਣ ਜਦੋਂ ਤੁਸੀਂ ਆਗਿਆ ਦਿੰਦੇ ਹੋ ਉਪਕਾਰ ਦੇ ਹਿੱਤਕ ਤੇ ਸੁਚੱਜੇ ਕਾਰਜ ਦੇ ਵਾਸਤੇ, ਪਰ ਉਪਕਾਰ ਦੇ ਵਾਸਤੇ ਇਹ ਚੋਰੀ ਕਰਦਾ ਹੈ ਜੋ ਬਾਬਾ ਵਿਧੀ ਚੰਦ ਹੈ। ਹੋਰ ਕੀ ਕਾਰਜ ਅਨਕ ਸੁਧਾਰੇ, ਇਸੇ ਤਰੀਕੇ ਇਹਨਾਂ ਨੇ ਗੁਰੂ ਘਰ ਦੇ ਬਹੁਤ ਸਾਰੇ ਕਾਰਜਾਂ ਦੇ ਤਾਈਂ ਸੁਧਾਰਿਆ, ਭਾਵ ਸਵਾਰਿਆ ਹੈ ਜੀ। ਵਿਧੀ ਚੰਦ ਭਾਈ ਹਿਤ ਤਾਰੀ, ਜੋ ਵਿਧੀ ਚੰਦ ਭਾਈ ਹੈ ਇਹ ਆਪ ਜੀ ਨੂੰ ਅਤਿਅੰਤ ਪ੍ਰੇਮ ਹੈ, ਬਹੁਤ ਪਿਆਰਾ ਹੈ। ਜੋ ਆਪ ਜੀ ਦੇ ਚਰਨਾਂ ਦੇ ਵਿੱਚ ਨੇਹ ਧਾਰਦਾ ਹੈ, ਪ੍ਰੇਮ ਕਰਦਾ ਜੀ। ਅਪਰ ਕਰਮ ਜੋ ਕਿਛ ਤੈ ਕਰੈ, ਔਰ ਇਹ ਮਾਤਾ ਜੀ ਉਚਾਰ ਕਰਕੇ ਕਹਿਣ ਲੱਗੇ ਕਿ ਹੇ ਭਾਈ ਵਿਧੀ ਚੰਦ, ਤੂੰ ਪ੍ਰੇਮ ਧਾਰ ਕੇ ਪ੍ਰੇਮ ਦੇ ਨਾਲ ਜਿਹੜੇ ਹੋਰ ਕੁਛ ਕੰਮ ਕੀਤੇ ਹਨ, ਇਸ ਪ੍ਰਕਾਰ ਦੇ ਜਿਹੜੇ ਅਤਿਅੰਤ ਕਠਨ ਤੇ ਦੁਸ਼ਤਰ ਮੁਸ਼ਕਲ ਹੋਣ, ਕਰਹੁ ਸੁਨਾਮਨ ਹਮਕੋ ਸੂਈ, ਉਹ ਜਿਹੜੇ ਸਾਰੇ ਕਾਰਜ ਹੈ ਤੁਹਾਡੇ ਕੀਤੇ ਹੋਏ, ਉਹ ਸਭ ਕਾਰਜ ਤੁਸੀਂ ਸਾਡੇ ਪਾਸ ਹੁਣ ਇਸ ਸਮੇਂ ਸੁਣਾਓ। ਜਿਨ ਸੁਨਬੇ ਮਨ ਅਚਰਜ ਹੋਈ, ਜਿਨ੍ਹਾਂ ਨੂੰ ਸੁਣ ਸੁਣ ਕੇ ਆਪ ਜੀ ਦੇ ਕੀਤੇ ਕਰਮਾਂ ਨੂੰ ਵੇਖ ਵੇਖ ਕੇ, ਕੰਮਾਂ ਨੂੰ ਸੁਣ ਸੁਣ ਕੇ ਮਨ ਹੈਰਾਨ ਹੋ ਜਾਂਦਾ ਹੈ। ਤੁਹੀ ਸਮਾਨ ਸੁਣਿਓ ਨਹਿ ਕਾਨਾ, ਤੇਰੇ ਸਮਾਨ ਹੋਰ ਕੋਈ ਦੂਜਾ ਮਨੁੱਖ ਚਤਰ ਚਲਾਕ ਤੇਜ ਤਰਾਰ ਨਿਪੁੰਨ ਐਸਾ ਜੋ ਹਰੇਕ ਪ੍ਰਕਾਰ ਦਾ ਭੇਖ ਧਾਰ ਸਕਦਾ ਹੋਵੇ, ਇੰਨਾ ਫੁਰਤੀਲਾ ਸਫੁਰਤੀਵਾਨ ਹੋਵੇ, ਸੁਣਿਆ ਨਹੀਂ ਹੈ ਅਸੀਂ ਆਪਣੇ ਕੰਨਾਂ ਦੇ ਨਾਲ। ਕਿਮ ਦੇਖਨ ਵਹਿ ਆਵਹਿ ਜਾਨਾ, ਔਰ ਕਿਸ ਤਰੀਕੇ ਦੇ ਨਾਲ ਵੇਖਣ ਦੇ ਵਿੱਚ ਜਾਣੀਦਾ ਹੈ। ਵੇਖਣਾ ਤੇ ਦੂਰ ਦੀ ਗੱਲ ਹੈ, ਤੇਰੇ ਤੁਲ ਕੋਈ ਦੂਸਰਾ ਤੇਜ ਤਰਾਰ ਵੇਖਿਆ ਵੀ ਨਹੀਂ। ਤੁਝ ਸਾਮੈ ਕਾ ਤੁਝਹੀ ਕੋ ਜਾਨਾ, ਅਸੀਂ ਇਹ ਨਿਰਣਾ ਕੀਤਾ ਹੈ ਕਿ ਤੇਰੇ ਸਮਾਨ ਇੱਕ ਤੂੰ ਹੀ ਹੈ, ਹੋਰ ਨਹੀਂ ਹੈ ਦੂਜਾ ਕੋਈ ਤੇਰੇ ਵਰਗਾ ਇਸ ਸੰਸਾਰ ਵਿੱਚ। ਅਪਰ ਕਰਿਓ ਸੋ ਕਰਹੁ ਬਖਾਨਾ, ਜੋ ਤੂੰ ਹੋਰ ਕੁਛ ਵੀ ਇਸ ਸੰਸਾਰ ਦੇ ਵਿੱਚ ਕੀਤਾ, ਸਤਿਗੁਰਾਂ ਦੇ ਸ਼ਰਨ ਆਉਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ, ਉਹ ਸਾਰੇ ਕਾਰਜ ਸਾਡੇ ਤਾਈਂ ਦੱਸ ਦੇ। ਸੁਨ ਵਿਧੀਏ ਕਰ ਜੋਰ ਸੁਨਾਇਓ, ਸੁਣ ਕਰਕੇ ਬਾਬਾ ਵਿਧੀ ਚੰਦ ਸਾਹਿਬ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕਰਕੇ ਮਾਤਾ ਨਾਨਕੀ ਜੀ ਦੇ ਤਾਈਂ ਸੁਣਾਉਣਾ ਆਰੰਭ ਕੀਤਾ। ਸੁਨਹੁ ਮਾਤਾ ਕਿਮ ਕਰਮ ਕਮਾਇਓ, ਕਹਿਣ ਲੱਗਾ ਸੁਣੋ ਮਾਤਾ ਜੀ, ਜਿਸ ਜਿਸ ਤਰੀਕੇ ਦੇ ਨਾਲ ਮੈਂ ਕਰਮ ਕੀਤੇ ਹਨ ਜੀ। ਅਰਜਨ ਮੁਝਾ ਸੰਗ ਵਿਚਾਰਾ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਮੇਰੇ ਨਾਲ ਮੇਰੇ ਤਾਈਂ ਇੱਕ ਸਮੇਂ ਆਖਿਆ ਸੀ ਸਿਰ ਚੋਰੀ ਲੇਖ ਉਦਾਰਾ, ਕਿ ਤੇਰੇ ਸਿਰ ਤੇ ਚੋਰੀ ਦਾ ਉਦਾਰਾ ਭਾਰੀ ਲੇਖ ਹੈ। ਪਿਛਲੀ ਪ੍ਰਾਰਬਧ ਤੇਰੀ ਐਸੀ ਹੈ ਕਿ ਤੂੰ ਭਾਰੀ ਚੋਰੀਆਂ ਕਰਨੀਆਂ ਨੇ ਸੰਸਾਰ ਦੇ ਵਿੱਚ। ਜੇ ਆਵ ਚਾਹੋ ਕਰਹੁ ਪਕਾਰਾ,
ਪਰ ਜੇ ਤੂੰ ਚਾਹਵੇਂ ਹੁਣ ਇਸ ਕਿਰਤ ਨੂੰ ਤੂੰ ਪਰ ਉਪਕਾਰ ਹਿਤ ਅਪਣਾ ਸਕਦਾ ਹੈ, ਲੋਕਾਂ ਦੇ ਉੱਪਰ ਪਰ ਉਪਕਾਰ ਕਰ ਸਕਦਾ ਹੈ ਤੂੰ। ਪਰ ਧਨ ਆਪਨਾ ਲਿਹੋ ਕਰ ਤਾਰਾ, ਪਰਾਏ ਧਨ ਨੂੰ ਆਪ ਤੂੰ ਹੱਥਾਂ ਦੇ ਵਿੱਚ ਧਾਰਨ ਨਹੀਂ ਕਰਨਾ, ਭਾਵ ਵਰਤਨ ਦੇ ਵਾਸਤੇ, ਆਪਣੇ ਲਾਲਚ ਦੇ ਹਿਤ ਨਹੀਂ, ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਕਦੇ ਚੋਰੀ ਨਹੀਂ ਕਰਨੀ ਇਸ ਲੋਭ ਦੇ ਵਿੱਚ ਕਿ ਮੈਨੂੰ ਬਹੁਤ ਧਨ ਪ੍ਰਾਪਤ ਹੋਵੇ, ਚੋਰੀ ਕਰਕੇ ਚੋਰੀ ਕੀਤਾ ਬੇਅੰਤ ਧਨ ਲੈ ਕਰਕੇ ਮੈਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਾਂ, ਇਹ ਕੰਮ ਨਹੀਂ ਤੂੰ ਕਰਨਾ ਹੈ। ਇਮਾ ਸੁਨ ਮੈਂ ਇੱਕ ਘਰ ਗਇਓ। ਇਸ ਤਰੀਕੇ ਦੇ ਨਾਲ ਜਦੋਂ ਮੈਂ ਗਰੀਬ ਨਵਾਜ ਗੁਰੂ ਸਾਹਿਬ ਦੇ ਬਚਨ ਸੁਣੇ ਕਿ ਪਰਉਪਕਾਰ ਕਰਨਾ ਹੈ, ਕੋਈ ਜੁਗਤੀ ਬਣਾਉਣੀ, ਉਪਾਅ ਬਣਾਉਣਾ, ਜੇ ਧਨ ਪ੍ਰਾਪਤ ਕਰਨਾ ਪਰਉਪਕਾਰ ਹਿਤ ਕਰਨਾ, ਕਿਰਤ ਕਰਕੇ ਵੀ ਧਨ ਦੇ ਵਿੱਚੋਂ ਹਿੱਸਾ ਪਰਉਪਕਾਰ ਹਿਤ ਕੱਢਣਾ, ਪਰਉਪਕਾਰ ਨਿਮਿਤ ਕੱਢਣਾ। ਕਹਿੰਦੇ ਸੁਣ ਕਰਕੇ ਮੈਂ ਇੱਕ ਘਰ ਦੇ ਵਿੱਚ ਗਿਆ ਜੀ, ਇਨਕੋ ਬਹੁਦਾਰਦ ਪਿਖ ਲਇਓ। ਮੈਂ ਵੇਖਿਆ ਉਸ ਘਰ ਦੇ ਵਿੱਚ ਬਹੁਤ ਭਾਰੀ ਗਰੀਬੀ ਸੀ। ਦੰਪਤ ਬੈਠੇ ਬਹੁ ਮੁਰਝਾਏ। ਇਸ ਘਰ ਦੇ ਰਹਿਣ ਵਾਲੇ ਜਿਹੜੇ ਇਸ ਘਰ ਦੇ ਮਾਲਕ ਦੋਵੇਂ ਜੀ ਸਨ, ਪਤੀ ਪਤਨੀ, ਬੜੇ ਮੁਰਝਾਏ ਹੋਏ, ਬਹੁਤ ਜ਼ਿਆਦਾ ਚਿੰਤਾ ਦੇ ਵਿੱਚ, ਫਿਕਰ ਦੇ ਵਿੱਚ ਡੁੱਬੇ ਹੋਏ, ਜਿਨ੍ਹਾਂ ਦੇ ਚਿਹਰੇ ਲੱਥੇ ਹੋਏ ਬੈਠੇ ਹਨ। ਇੱਕ ਸਮੇਂ ਦੇ ਨ ਰਹਿ ਤ੍ਰਿਪਤਾਏ। ਐਸੀ ਮੰਦੀ ਹਾਲਾਤ ਸੀ ਇਹਨਾਂ ਦੇ ਘਰ ਦੀ ਕਿ ਦਿਨ ਦੇ ਵਿੱਚ ਇੱਕ ਟਾਈਮ ਵੀ ਰੱਜ ਕੇ ਭੋਜਨ ਛਕਣ ਨੂੰ ਇਹਨਾਂ ਦੇ ਤਾਈਂ ਪ੍ਰਾਪਤ ਨਹੀਂ ਸੀ ਹੁੰਦਾ। ਇੱਕ ਕੰਨਿਆ ਤਿਨਕੇ ਘਰ ਮਾਹੀ। ਔਰ ਇਹਨਾਂ ਦੇ ਘਰ ਦੇ ਵਿੱਚ ਇੱਕ ਇਹਨਾਂ ਦੇ ਪੁੱਤਰੀ ਸੀ, ਇੱਕ ਧੀ ਸੀ। ਪਰ ਪ੍ਰਾਪਤ ਧਨ ਬਿਨ ਨਹਿ ਬਿਆਹੀ। ਉਹ ਧਨ ਖਰਚੇ ਤੋਂ ਬਿਨਾਂ ਉਸ ਨੂੰ ਵਰ ਨਹੀਂ ਸੀ ਪ੍ਰਾਪਤ ਹੋ ਸਕਦਾ, ਉਹ ਵਿਆਹੀ ਨਹੀਂ ਸੀ ਜਾ ਸਕਦੀ ਖਰਚਾ ਕੀਤੇ ਤੋਂ ਬਿਨਾਂ। ਨਿਤ ਚਿੰਤਾ ਮਹਿ ਰਹਿ ਬਸੂਰਤ। ਉਹ ਇਸੇ ਚਿੰਤਾ ਦੇ ਵਿੱਚ ਦੋਵੇਂ ਪਤੀ ਪਤਨੀ ਦੰਪਤੀ ਦੋਵੇਂ ਜੀ ਬਸੂਰਤ ਝੂਰਦੇ ਰਹਿੰਦੇ ਆ ਰਾਤ ਦਿਨ ਵੀ ਅਤਿਅੰਤ ਗਰੀਬੀ ਹੈ, ਇੱਕ ਟਾਈਮ ਦਾ ਭੋਜਨ ਪ੍ਰਾਪਤ ਹੁੰਦਾ ਹੈ। ਔਰ ਵਿਆਹੁਣ ਦੇ ਲਈ ਘਰ ਦੇ ਵਿੱਚ ਜਵਾਨ ਸਾਡੀ ਪੁੱਤਰੀ ਬੈਠੀ ਹੋਈ ਹੈ, ਇਸ ਦਾ ਵਿਆਹ ਕਿਸ ਤਰੀਕੇ ਦੇ ਨਾਲ ਹੋਏਗਾ। ਇਹ ਚਿੰਤਾਵਾਂ ਹੁੰਦੀਆਂ ਜੀਵਾਂ ਨੂੰ, ਖਰਚਣ ਦੇ ਲਈ ਧਨ ਨਹੀਂ, ਚੰਗਾ ਮਕਾਨ ਕੋਠਾ ਨਹੀਂ, ਆਪ ਤੇ ਬੰਦਾ ਫਿਰ ਵੀ ਜਿਸ ਕਿਸ ਤਰੀਕੇ ਦੇ ਨਾਲ ਕੱਟ ਲੈਂਦਾ ਹੈ। ਪਰ ਇਹ ਚਿੰਤਾਵਾਂ ਜੇ ਧੀਆਂ ਪੁੱਤਾਂ ਦੀਆਂ ਮਨ ਵਿੱਚ ਪੈ ਜਾਣ ਤੇ ਕਈ ਵਾਰੀ ਜਾਨਲੇਵਾ ਵੀ ਸਾਬਤ ਹੋ ਜਾਂਦੀਆਂ। ਵੀ ਜਿੰਨਾ ਮੁਸ਼ਕਲਾਂ ਦੇ ਵਿੱਚ ਦੀ ਸਾਨੂੰ ਲੰਘਣਾ ਪਿਆ, ਰੱਬ ਨਾ ਕਰੇ ਇਹਨਾਂ ਮੁਸ਼ਕਲਾਂ ਦੇ ਵਿੱਚ ਦੀ ਸਾਡੀ ਔਲਾਦ ਲੰਘੇ। ਜਿਹੜੇ ਸੂਝਵਾਨ ਸੁਚੇਤ ਪੁਰਸ਼ ਹੁੰਦੇ ਆ ਨਾ, ਸਮਤਵੰਤ, ਇਸ ਗੱਲ ਨੂੰ ਲੈ ਕੇ ਸੰਸਾਰ ਦੇ ਵਿੱਚ ਫਿਕਰਮੰਦ ਰਹਿੰਦੇ ਆ। ਬੇਸ਼ੱਕ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਚਿੰਤਾ ਸਭ ਜੀਵਾਂ ਨੂੰ, ਸਭ ਜੀਵਾਂ ਦੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਤਾਈਂ ਬੇਸ਼ੱਕ ਹੈ। ਪਰ ਮਨੁੱਖ ਦੇ ਕੁਝ ਨਿੱਜੀ ਫਰਜ਼ ਹੁੰਦੇ ਆ ਜਿਹੜੇ ਸੰਸਾਰ ਦੇ ਵਿੱਚ ਬਣੇ ਹੋਏ ਹਨ। ਸੋ ਜਦੋਂ ਉਹ ਫਰਜ਼ ਪੂਰੇ ਤਰੀਕੇ ਦੇ ਨਾਲ ਆਪਣੇ ਨਿਭਦੇ ਨਹੀਂ ਵੇਖਦਾ, ਫਿਰ ਮਨੁੱਖ ਚਿੰਤਾ ਦਾ ਸ਼ਿਕਾਰ ਹੋ ਜਾਂਦਾ, ਫਿਕਰ ਦਾ ਸ਼ਿਕਾਰ ਹੋ ਜਾਂਦਾ ਹੈ। ਔਰ ਚਿੰਤਾ ਬਹੁਤ ਭਿਆਨਕ ਰੋਗ ਹੈ। ਸਿਆਣੇ ਕਹਿੰਦੇ ਚਿੰਤਾ ਚਿਖਾ ਸਮਾਨ ਹੈ, ਵਿਦਵਾਨਾਂ ਦਾ ਕਥਨ ਹੈ। ਏਕ ਅੰਤਰੋ ਆਹੇ, ਕਿਸੇ ਨੂੰ ਚਿੰਤਾ ਨਾ ਲੱਗੇ। ਚਿੰਤਾ ਚਿਖਾ ਦੀ ਨਿਆਈ ਹੈ। ਚਿਖਾ ਲੱਕੜਾਂ ਦਾ ਉਹ ਢੇਰ ਹੁੰਦਾ ਜਿਹੜੇ ਢੇਰ ਤੇ ਮੁਰਦਾ ਪਏ ਹੋਏ, ਸ਼ਾਂਤ ਪਏ ਹੋਏ ਸਰੀਰ ਨੂੰ ਰੱਖ ਕੇ ਸਾੜਿਆ ਜਾਂਦਾ, ਅੰਤਮ ਸੰਸਕਾਰ ਕੀਤਾ ਜਾਂਦਾ। ਉਸ ਲੱਕੜਾਂ ਦੇ ਢੇਰ ਨੂੰ ਚਿਖਾ ਕਹੀਦਾ। ਸਿਆਣੇ ਕਹਿੰਦੇ ਜਿਹਦੇ ਹਿਰਦੇ ਵਿੱਚ ਚਿੰਤਾ ਘਰ ਕਰ ਗਈ, ਫਿਕਰ ਘਰ ਕਰ ਗਿਆ, ਸਮਝ ਲਓ ਉਹਨੂੰ ਚਿਖਾ ਦੀ ਲੋੜ ਨਹੀਂ ਰਹਿ ਜਾਂਦੀ, ਲੱਕੜਾਂ ਦੇ ਢੇਰ ਦੀ ਲੋੜ ਨਹੀਂ ਰਹਿ ਜਾਂਦੀ। ਚਿੰਤਾ ਚਿਖਾ ਸਮਾਨ ਹੈ, ਏਕ ਅੰਤਰੋ ਆਹੇ। ਇੱਕ ਹੀ ਫਰਕ ਹੈ ਦੋਵਾਂ ਦੇ ਵਿੱਚ ਬਸ। ਉਹ ਫਰਕ ਕੀ ਹੈ? ਕਹਿੰਦੇ ਚਿਖਾ ਦਾਹੇ ਅਗਨ ਸੰਗ। ਚਿਖਾ ਤੇ ਪਿਆ ਹੋਇਆ ਮਨੁੱਖ ਉਦੋਂ ਸੜਦਾ ਜਦੋਂ ਲੱਕੜਾਂ ਦੀ ਬਣਾਈ ਚਿਖਾ ਨੂੰ ਅੱਗ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਜਦੋਂ ਲੱਕੜਾਂ ਅੱਗ ਦਾ ਰੂਪ ਧਾਰਨ ਕਰਦੀਆਂ, ਚਿਖਾ ਤੇ ਪਿਆ ਹੋਇਆ ਸਰੀਰ ਉਦੋਂ ਸੜਦਾ। ਪਰ ਚਿੰਤਾ ਬਿਨ ਆਸਰੇ ਦਾਹੇ, ਚਿੰਤਾ ਨੂੰ ਸਾੜਨ ਦੇ ਲਈ ਲੱਕੜਾਂ ਦੀ ਜਾਂ ਅੱਗ ਦੀ ਜ਼ਰੂਰਤ ਨਹੀਂ ਪੈਂਦੀ। ਉਹ ਬਿਨਾਂ ਲੱਕੜਾਂ ਤੋਂ, ਬਿਨਾਂ ਅੱਗ ਦੀ ਸੰਗਤ ਤੋਂ ਮਨੁੱਖ ਨੂੰ ਸਾੜ ਕੇ ਸਵਾਹ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਨੇ ਤੇ ਪਹਿਲਾਂ ਫੈਸਲਾ ਕੀਤਾ ਹੋਇਆ, ਵੈਸੇ ਸੰਸਾਰ ਦੀ ਹਾਲਾਤ ਐਸੀ ਹੈ, ਸਭ ਚਿੰਤਤ ਨਜ਼ਰ ਆਉਂਦੇ ਆ। ਬਦਕਿਸਮਤੀ ਹੈ, ਮਹਾਰਾਜ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ। ਸਾਰੀ ਦੁਨੀਆ ਚਿੰਤਾ ਦੇ ਵਿੱਚ ਡੁੱਬੀ ਹੋਈ ਹੈ, ਫਿਕਰਾਂ ਦੇ ਵਿੱਚ ਡੁੱਬੀ ਹੋਈ ਹੈ। ਪਰ ਇਸ ਚਿੰਤਾ ਚੋਂ ਬਾਹਰ ਨਿਕਲਣ ਦਾ ਰਸਤਾ ਇਸ ਦੁਨੀਆ ਨੇ ਅਜੇ ਤੱਕ ਅਪਣਾਇਆ ਹੀ ਨਹੀਂ। ਉਹ ਹੈ ਚੇਤਹ ਏਕ ਤਹੀ ਸੁਖ ਹੋਏ। ਜੇ ਚਿੰਤਾ ਦੇ ਵਿੱਚੋਂ ਬਾਹਰ ਨਿਕਲਣਾ ਤੇ ਚੇਤੇ ਦੇ ਵਿੱਚ ਇੱਕ ਉਸ ਅਕਾਲ ਪੁਰਖ ਪਰਮੇਸ਼ਰ ਦੇ ਤਾਈਂ ਵਸਾਉਣਾ ਪਏਗਾ। ਜੇ ਉਹ ਵਸ ਜਾਵੇ ਹਿਰਦੇ ਦੇ ਵਿੱਚ ਤੇ ਚਿੰਤਾ ਨਾਸ ਹੋ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਬਸ ਉਹਦੇ ਵਸਣ ਦੀ ਦੇਰ ਆ। ਸੋ ਇਸ ਕਰਕੇ ਚਿੰਤਾ ਬਹੁਤ ਖਤਰਨਾਕ ਬਿਮਾਰੀ ਹੈ। ਰੱਬ ਨਾ ਕਰੇ ਕਿਸੇ ਨੂੰ ਲੱਗੇ। ਫਿਕਰਮੰਦ ਮਨੁੱਖ ਨਾ ਸਰੀਰਕ ਰੂਪ 'ਚ ਕੰਮ ਕਰਨ ਜੋਗਾ ਰਹਿੰਦਾ, ਨਾ ਮਾਨਸਿਕ ਰੂਪ ਤੋਂ ਕੰਮ ਕਾਰ ਕਰਨ ਜੋਗਾ ਰਹਿੰਦਾ ਹੈ। ਅਜੇ ਰੋਗ ਤਾਂ ਫਿਰ ਵੀ ਸਰੀਰ ਨੂੰ ਗਰਸਦਾ ਹੈ। ਸੋਝੀ ਹੁੰਦੀ ਆ ਮਨੁੱਖ ਨੂੰ। ਜਿਹਨੂੰ ਚਿੰਤਾ ਪੈ ਜਾਂਦੀ ਉਹਦੀ ਸੋਝੀ ਵੀ ਖਤਮ ਹੋ ਜਾਂਦੀ ਹੈ, ਸਿਆਣਪ ਵੀ ਮੁੱਕ ਜਾਂਦੀ ਉਹਦੀ ਸਿਆਣਪ ਵੀ ਸਾਥ ਨਹੀਂ ਦਿੰਦੀ। ਸਰੀਰ ਤੇ ਨਿਰਬਲ ਹੁੰਦਾ ਹੀ ਹੁੰਦਾ ਹੈ, ਦਿਮਾਗ ਬੁੱਧੀ ਵੀ ਨਿਰਬਲ ਹੋ ਜਾਂਦੀ ਹੈ ਉਸ ਮਨ ਦੀ, ਉਸ ਮਨੁੱਖ ਦੀ ਜਿਹਨੂੰ ਚਿੰਤਾ ਵਿਆਪਦੀ ਹੈ। ਸੋ ਕਹਿੰਦੇ ਐਸੀ ਦਸ਼ਾ ਦੇ ਵਿੱਚ ਇੱਕ ਦੰਪਤੀ, ਇੱਕ ਗਰੀਬ ਪਰਿਵਾਰ, ਦੋ ਜੀ ਬੈਠੇ ਹੋਏ ਆ ਜਿਨ੍ਹਾਂ ਨੂੰ ਫਿਕਰ ਆ ਵੀ ਸਾਡੇ ਤੇ ਅੰਤ ਗਰੀਬੀ ਆ। ਘਰ ਦੇ ਵਿੱਚ ਇੱਕ ਟਾਈਮ ਦਾ ਲੰਗਰ ਪ੍ਰਸ਼ਾਦਾ ਪੱਕਦਾ ਹੈ ਔਰ ਫਿਰ ਉਤੋਂ ਇੱਕ ਨੌਜਵਾਨ ਬੱਚੀ ਜੋ ਵਿਆਹ ਦੇ ਯੋਗ ਆ, ਬਿਨਾਂ ਧਨ ਦਾ ਖਰਚ ਕੀਤੇ ਜਿਹਨੂੰ ਵਿਆਹਿਆ ਨਹੀਂ ਜਾ ਸਕਦਾ। ਹੁਣ ਤਾਂ ਫਿਰ ਵੀ ਥੋੜ੍ਹਾ ਸਮਾਂ ਬਦਲਿਆ। ਬੇਸ਼ੱਕ ਦਹੇਜ ਦੇ ਲਾਲਚੀ ਤੇ ਅੱਜ ਵੀ ਬੈਠੇ ਹੋਏ ਆ ਬਹੁਤ। ਬੜਿਆਂ ਨੂੰ ਲਾਲਚ ਹੈ ਵੀ ਜੇ ਧੀ ਪੁੱਤਰ ਦਾ ਆਨੰਦ ਕਾਰਜ ਹੋਵੇ ਤੇ ਖੁੱਲ੍ਹਾ ਲੈਣ ਦੇਣ ਹੋਵੇ। ਪਰ ਫਿਰ ਵੀ ਕੁਝ ਸਮੇਂ ਦੇ ਵਿੱਚ ਸੁਧਾਰ ਹੋਇਆ, ਕਾਨੂੰਨ ਬਣੇ। ਪੁਰਾਣੇ ਸਮਿਆਂ ਦੇ ਵਿੱਚ ਕੋਈ ਐਸੇ ਕਾਨੂੰਨ ਨਹੀਂ ਸੀ, ਰਾਜਤੰਤਰ ਹੋਇਆ ਕਰਦੇ ਸੀ। ਸੋ ਕੁਝ ਐਸੀਆਂ ਰੀਤੀਆਂ ਬਣੀਆਂ ਹੋਈਆਂ ਸੀ, ਕੁਝ ਐਸੀਆਂ ਪਰੰਪਰਾਵਾਂ ਬਣੀਆਂ ਹੋਈਆਂ ਸੀ ਜਿਹੜੀਆਂ ਖੂਨ ਚੂਸਦੀਆਂ ਸੀ ਲੋਕਾਂ ਦਾ। ਉਹ ਪਰੰਪਰਾਵਾਂ ਗੁਰੂ ਨਾਨਕ ਦੇਵ ਸਾਹਿਬ ਨੇ, ਵਾਹਿਗੁਰੂ ਦੇ ਭਗਤਾਂ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਉਹਦੇ ਵਿੱਚੋਂ ਇਹ ਪਰੰਪਰਾ ਦਹੇਜ ਦੀ ਬਣੀ ਹੋਈ ਸੀ ਵੀ ਜਿਸ ਦਾ ਵਿਆਹ ਹੋਵੇ, ਧੀ ਦਾ, ਕੰਨਿਆ ਦਾ, ਉਹਦਾ ਨਾਲ ਦਹੇਜ ਦੇਣਾ ਜ਼ਰੂਰੀ ਆ। ਸੋ ਉਹ ਇਸ ਚਿੰਤਾ ਨੂੰ ਲੈ ਕਰਕੇ ਬੈਠੇ ਹੋਏ ਆ ਵੀ ਜਵਾਨ ਧੀ ਵਿਆਹੁਣੀ ਆ ਤੇ ਦਹੇਜ ਦੇਣ ਦੇ ਵਾਸਤੇ ਪਾਸ ਧਨ ਨਹੀਂ ਹੈ। ਇੱਕ ਸਮੇਂ ਬਿਨਾ ਨਹਿ ਤ੍ਰਿਪਤਾਏ, ਇੱਕ ਸਮੇਂ ਬਿਨਾਂ ਭੋਜਨ ਤੋਂ ਭੁੱਖੇ ਸੌਂ ਜਾਈਦਾ ਹੈ ਜੀ। ਔਰ ਉਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ, ਉਹਨਾਂ ਦੀ ਧੀ ਹੈ, ਕੰਨਿਆ ਹੈ। ਵਰ ਪ੍ਰਾਪਤ ਧਨ ਬਿਨ ਨਹਿ ਵਿਆਹੀ, ਉਹਨੂੰ ਵਰ ਨਹੀਂ ਪ੍ਰਾਪਤ ਹੋ ਸਕਦਾ, ਧਨ ਤੋਂ ਬਿਨਾਂ ਉਹ ਵਿਆਹੀ ਨਹੀਂ ਜਾ ਸਕਦੀ ਹੈ। ਨਿਤ ਚਿੰਤਾ ਮਹਿ ਰਹਿ ਬਸੂਰਤ, ਇਸ ਚਿੰਤਾ ਦੇ ਵਿੱਚ ਹਰ ਰੋਜ਼ ਇਹ ਦੋਵੇਂ ਜੀ ਬਸੂਰਤ ਝੂਰਦੇ ਰਹਿੰਦੇ ਆ, ਡੁੱਬੇ ਰਹਿੰਦੇ ਹਨ। ਰਹਿ ਸਥਿਰ ਰਾਜ ਪਾਹਨ ਮੂਰਤ, ਇਸ ਤਰੀਕੇ ਦੇ ਨਾਲ ਸਥਿਰ ਰਹਿੰਦੇ ਆ, ਚਿੰਤਾ ਵਿੱਚ ਡੁੱਬੇ ਹੋਏ। ਜਿਵੇਂ ਕੋਈ ਕਹਿੰਦੇ ਪੱਥਰ ਦੀ ਮੂਰਤੀ ਹੁੰਦੀ ਆ ਨਾ, ਐਸਾ ਆਕਾਰ ਧਾਰਨ ਕਰਕੇ ਬੈਠੇ ਰਹਿੰਦੇ ਹਨ। ਤਿਨ ਕੋ ਦੇਖ ਦਇਆ ਮੋਹ ਆਈ, ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਜਦੋਂ ਮੈਂ ਉਹਨਾਂ ਦੀ ਹਾਲਾਤ ਵੇਖੀ, ਮੇਰੇ ਹਿਰਦੇ ਵਿੱਚ ਬੜੀ ਦਇਆ ਆਈ। ਉਸ ਸਮੇਂ ਮੈਂ ਦਇਹੁ ਧਨ ਗਿਰਾ ਸੁਨਾਈ, ਮੈਂ ਉਹਨਾਂ ਦੀ ਇਹ ਹਾਲਾਤ ਵੇਖ ਕੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਤੁਹਾਡੀ ਕੰਨਿਆਂ ਦੇ ਵਿਆਹ ਵਾਸਤੇ ਧਨ ਦੇਵਾਂਗਾ, ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ। ਜਿਸ ਤੇ ਕੰਨਿਆ ਕੋ ਹੋਏ ਵਿਆਹ, ਜਿਸ ਦਾ ਕਰਕੇ ਤੁਹਾਡੀ ਲੜਕੀ ਦਾ ਵਿਆਹ ਹੋ ਜਾਵੇ। ਹਰ ਬੈਠੇ ਭੋਜਨ ਰਹਿਓ ਖਾਹੁ, ਔਰ ਬੈਠੇ ਹੋਏ ਸਾਰੀ ਜ਼ਿੰਦਗੀ ਤੁਸੀਂ ਧਨ ਦੇ ਨਾਲ, ਜਿਹੜੇ ਦੇ ਨਾਲ ਨਿਰਵਾਹ ਕਰ ਸਕੋਗੇ, ਤੁਹਾਨੂੰ ਭੋਜਨ ਦੀ ਪ੍ਰਾਪਤੀ ਹੋ ਸਕੇਗੀ। ਸਾਰੀ ਉਮਰ ਲਈ
ਇੰਨਾ ਕੁ ਧਨ ਮੈਂ ਤੁਹਾਨੂੰ ਦਿਆਂਗਾ। ਇੱਕ ਪੁਰ ਮਹਿ ਇੱਕ ਘਰ ਚੱਲ ਗਇਓ। ਕਹਿੰਦੇ ਇੱਕ ਨਗਰ ਦੇ ਵਿੱਚ ਮੈਂ ਇੱਕ ਘਰ ਦੇ ਵਿੱਚ ਚੱਲ ਕਰਕੇ ਗਿਆ। ਬ੍ਰਿੰਦ ਮੇਲਤ ਹੈ ਦੇਖਤ ਭਇਓ। ਮੈਂ ਵੇਖਿਆ ਉਸ ਘਰ ਦੇ ਵਿੱਚ ਬਰਿੰਦ ਮੇਲ ਮੇਲੀ ਇਕੱਠੇ ਹੋਏ, ਬਹੁਤ ਸਾਰੇ ਲੋਕ ਇਕੱਤਰ ਹੋਏ ਹਨ। ਜੋ ਨਰਨ ਮਹਿ ਅੰਤਰ ਬਰਿਓ। ਮੈਂ ਮਿਲਿਆ ਉੱਥੇ ਮਨੁੱਖਾਂ ਦੇ ਵਿੱਚ ਜਾ ਕਰਕੇ ਅੰਦਰ ਵੜ ਗਿਆ ਉਸ ਘਰ ਦੇ ਵਿੱਚ ਜੀ। ਤੋ ਵਿਆਹ ਸਭ ਦੇਖਣ ਕਰਿਓ। ਉਸ ਘਰ ਦੇ ਵਿੱਚ ਵਿਆਹ ਹੋ ਰਿਹਾ ਸੀ, ਸਾਰਿਆਂ ਨੇ ਵੇਖਿਆ, ਮੈਂ ਵੀ ਵੇਖਿਆ ਉਸ ਦੇ ਤਾਈਂ। ਤਬ ਬਰਾਤ ਅੰਤਰ ਬੁਲਵਾਈ। ਉਸ ਸਮੇਂ ਜਿਹੜੀ ਬਰਾਤ ਸੀ ਉਸ ਨੂੰ ਅੰਦਰ ਬੁਲਵਾਇਆ, ਜਿਹੜੇ ਘਰ ਦੇ ਵਿੱਚ ਵਿਆਹ ਸੀ। ਜਿਹ ਭੋਜਨ ਕਰ ਪਾਤ ਬਿਠਾਈ। ਉਹਨਾਂ ਦੇ ਵਾਸਤੇ ਬਰਾਤੀਆਂ ਦੇ ਭੋਜਨ ਛਕਣ ਦੇ ਲਈ ਪੰਗਤੀਆਂ ਬਣਾਈਆਂ ਗਈਆਂ, ਪੰਗਤਾਂ ਦੇ ਵਿੱਚ ਬਿਠਾ ਕਰਕੇ ਭੋਜਨ ਛਕਾਇਆ ਗਿਆ ਹੈ ਉਹਨਾਂ ਦੇ ਤਾਈਂ। ਤਹ ਮੈਂ ਭਇਓ ਪਰੋਸਨ ਵਾਰਾ। ਕਹਿੰਦੇ ਉੱਥੇ ਜਿਹੜੇ ਧਨ ਨੂੰ ਪਰੋਸਣ ਵਾਲੇ ਸੀ ਨਾ, ਪੰਗਤਾਂ ਵਿੱਚ ਬੈਠੇ ਹੋਏ ਬਰਾਤੀਆਂ ਦੇ ਤਾਈਂ ਮੈਂ ਉਹਨਾਂ ਦਾ ਰੂਪ ਧਾਰ ਲਿਆ, ਉਹਨਾਂ ਨੂੰ ਭੋਜਨ ਵਰਤਾਉਣ ਲੱਗ ਪਿਆ। ਭਰਿਓ ਟੋਕਰਾ ਲਿਆਓ ਆਹਾਰਾ। ਭਰਿਆ ਹੋਇਆ ਮੈਂ ਉਹ ਭੋਜਨ ਦਾ ਟੋਕਰਾ ਲੈ ਕਰਕੇ ਪਹੁੰਚਿਆ। ਤਬ ਮੈਂ ਲੈਣ ਪਕਵਾਨ ਕਨੇਰਾ। ਇਸੇ ਤਰੀਕੇ ਨਾਲ ਧਨ ਦਾ ਇੱਕ ਪ੍ਰਸ਼ਾਦਿਆਂ ਦਾ ਟੋਕਰਾ ਅਤੇ ਹੋਰ ਇੱਕ ਬਹੁਤ ਸਾਰੇ ਜਿਹੜੇ ਵੱਖੋ ਵੱਖਰੇ ਬਣੇ ਹੋਏ ਪਕਵਾਨ ਸੀ ਉਹ ਵੀ ਇਕੱਤਰ ਕਰ ਲਏ। ਗਇਓ ਨਿਕਸ ਕਰ ਕਿਨਹੂ ਨਾ ਹੀਰਾ। ਉਸ ਵਿਆਹ ਦੇ ਵਿੱਚੋਂ ਇਹ ਸਾਰੇ ਪਦਾਰਥ ਤੇ ਪ੍ਰਸ਼ਾਦੇ ਇਤਿਆਦਿਕ ਲੈ ਕਰਕੇ ਮੈਂ ਵਿੱਚ ਦੀ ਨਿਕਲ ਗਿਆ, ਕਿਸੇ ਨੂੰ ਪਤਾ ਨਾ ਲੱਗਿਆ। ਤਿਨ ਸ਼ੁੱਧ ਤਨ ਕੋ ਦੀਨ ਸਿਆਰਾ। ਲਿਆ ਕਰਕੇ ਮੈਂ ਉਹ ਜਿਹੜਾ ਭੋਜਨ ਹੈ ਉਹਨਾਂ ਭੁੱਖਿਆਂ ਦੇ ਤਾਈਂ ਦੇ ਦਿੱਤਾ। ਘਰ ਦੇ ਵਿੱਚ ਜਿਹੜੇ ਫਿਕਰ ਦੇ ਵਿੱਚ ਡੁੱਬੇ ਹੋਏ ਭੁੱਖੇ ਬੈਠੇ ਸੀ ਬਿਨਾਂ ਭੋਜਨ ਤੋਂ, ਹਰ ਖਾਏ ਸੋ ਕੀਨ ਸਹਾਰਾ। ਲੈ ਕਰਕੇ ਉਸ ਭੋਜਨ ਦੇ ਤਾਈਂ ਉਹ ਬੜੇ ਪ੍ਰਸੰਨ ਹੋਏ। ਛਕਿਆ ਹੈ ਉਸ ਭੋਜਨ ਦੇ ਤਾਈਂ। ਦੇਖੋ ਕਿੱਡੀ ਵੱਡੀ ਸੇਧ ਦਿੰਦਾ ਇਹ ਪ੍ਰਸੰਗ ਕਿ ਇਹ ਸਾਡੇ ਖੁਸ਼ੀ ਦੇ ਕੀਤੇ ਹੋਏ ਕਾਰਜ, ਜਿਹੜੇ ਭੋਜਨ ਤੇ ਅਸੀਂ ਇੰਨਾ ਧਨ ਖਰਚ ਲੈਂਦੇ ਆ, ਵਡਿਆਈ ਦੇ ਵਾਸਤੇ, ਫੋਕੀ ਵਡਿਆਈ ਦੇ ਵਾਸਤੇ ਹੀ ਖਰਚਦੇ ਆ ਨਾ। ਵੱਡੇ ਵੱਡੇ ਲੋਕਾਂ ਨੂੰ ਅਸੀਂ ਇਕੱਤਰ ਕਰਦੇ ਆ। ਜਿੰਨਾ ਵੱਡਾ ਮਨੁੱਖ ਹੋਊਗਾ, ਜਿੰਨੀ ਮਰਜ਼ੀ ਮਹਿੰਗੀ ਵਸਤੂ ਰੱਖ ਦਿਓ ਉਹਦੇ ਸਾਹਮਣੇ ਖਾਣ ਦੇ ਲਈ, ਓਡੇ ਵੱਡਾ ਨਖਰਾ ਕਰੂਗਾ ਵੀ ਮੈਂ ਛਕਣੀ ਨਹੀਂ, ਮੈਂ ਖਾਣੀ ਨਹੀਂ। ਜ਼ਰੂਰਤਮੰਦ ਨੂੰ ਦੇ ਕੇ ਵੇਖੋ, ਸਾਦਾ ਭੋਜਨ ਹੀ ਦੇ ਦਿਓ ਭੁੱਖੇ ਨੂੰ। ਭੋਜਨ ਦੀ ਜ਼ਰੂਰਤ ਭੁੱਖੇ ਨੂੰ ਹੁੰਦੀ ਹੈ। ਜਿਹਦਾ ਢਿੱਡ ਭੁੱਖਾ, ਭੋਜਨ ਦੀ ਕਦਰ ਤੇ ਉਹ ਹੀ ਜਾਣਦਾ ਹੈ ਨਾ। ਸੋ ਇਹ ਸਾਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੀਆਂ ਇਹ ਪਰੰਪਰਾਵਾਂ ਬਖਸ਼ੀਆਂ ਸੀ, ਮਰਿਆਦਾਵਾਂ, ਇਹ ਇਨਸਾਨੀਅਤ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਸੀ, ਅਕਾਲ ਪੁਰਖ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਸੀ। ਜ਼ਰੂਰਤਮੰਦ ਭੋਜਨ ਛਕਣ ਤੇ ਰੱਬ ਵਾਹਿਗੁਰੂ ਪ੍ਰਸੰਨ ਹੁੰਦਾ, ਤਰੁੱਠਦਾ ਹੈ। ਜੇ ਕੋਈ ਜ਼ਰੂਰਤਮੰਦ ਨਹੀਂ ਹੈ, ਪਹਿਲਾਂ ਹੀ ਰੱਜਿਆ ਹੋਇਆ, ਉਹਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਪਦਾਰਥ ਰੱਖ ਕੇ ਵੇਖ ਲਓ, ਉਹਨੇ ਤਾਂ ਨਖਰੇ ਹੀ ਕਰਨੇ ਆ। ਸੋ ਸਫਲ ਹੋ ਜਾਂਦੇ ਆ ਉਹ ਜੱਗ, ਉਹ ਲੰਗਰ, ਉਹ ਕੀਤੇ ਹੋਏ ਭੋਜਨ, ਉਹ ਪ੍ਰਸ਼ਾਦੇ, ਜਿਨ੍ਹਾਂ ਭੋਜਨਾਂ ਪ੍ਰਸ਼ਾਦਿਆਂ ਦੇ ਵਿੱਚੋਂ, ਲੰਗਰਾਂ ਦੇ ਵਿੱਚੋਂ ਕੋਈ ਭੁੱਖਾ ਤੇ ਹੈ ਜ਼ਰੂਰਤਮੰਦ ਭੋਜਨ ਛਕਦਾ ਹੈ। ਸੋ ਕਹਿੰਦੇ ਜ਼ਰੂਰਤਮੰਦ ਨੂੰ ਮੈਂ ਲਿਜਾ ਕਰਕੇ ਇਸ ਵਿਆਹ ਦੇ ਵਿੱਚੋਂ ਇਹ ਭੋਜਨ ਦਿੱਤਾ ਹੈ। ਉਹ ਖਾ ਕੇ ਤ੍ਰਿਪਤ ਹੋਏ, ਬੜੇ ਪ੍ਰਸੰਨ ਹੋਏ, ਬੜੀਆਂ ਅਸੀਸਾਂ ਦਿੱਤੀਆਂ। ਅਪਰਾ ਵਾਸਤਾ ਕੁਛ ਹੱਥ ਨ ਆਈ। ਪਰ ਉੱਥੋਂ ਕਹਿੰਦੇ ਭੋਜਨ ਤੋਂ ਇਲਾਵਾ ਹੋਰ ਕੋਈ ਵਸਤੂ ਮੇਰੇ ਹੱਥ ਨਾ ਆ ਸਕੀ। ਜਾਏ ਅਪਰ ਘਰ ਸੰਨ ਲਗਾਈ। ਮੈਂ ਹੋਰ ਕਿਸੇ ਘਰ ਦੇ ਵਿੱਚ ਜਾ ਕਰਕੇ ਫਿਰ ਨਿਗਾਹ ਲਾ ਕੇ ਬੈਠਿਆ। ਅਪਰਾ ਵਾਸਤਾ ਕੁਛ ਹੱਥ ਨ ਆਈ। ਜਾਏ ਅਪਰ ਘਰ ਸੰਨ ਲਗਾਈ। ਹੋਰ ਘਰ ਦੇ ਵਿੱਚ ਨਿਗਾਹ ਟਿਕਾ ਲਈ, ਮੈਂ ਲਾ ਕਰਕੇ ਬੈਠ ਗਿਆ ਨਿਗਾਹ ਦੇ ਤਾਈਂ। ਅੰਤਰ ਬਰਿਓ ਚੁਬਾਰੇ ਚਰਿਓ। ਮੈਂ ਚੁਬਾਰੇ ਦੇ ਵਿੱਚ ਦੀ ਚੜ ਕਰਕੇ ਅੰਦਰ ਵੜ ਗਿਆ ਇਹਨਾਂ ਦੇ ਘਰ ਦੇ ਵਿੱਚ। ਬੈਠਿਓ ਬਨੀਆ ਤਹਾਂ ਨ ਹਰਿਓ। ਉਸ ਚੁਬਾਰੇ ਦੇ ਵਿੱਚ ਮੈਂ ਜਿੱਥੇ ਪ੍ਰਵੇਸ਼ ਕੀਤਾ, ਉੱਥੇ ਇੱਕ ਬਾਣੀਏ ਨੂੰ ਬੈਠਿਆ ਹੋਇਆ ਮੈਂ ਵੇਖਿਆ ਹੈ। ਰੋਜਨਾਵੇ ਲੇਖੇ ਕੀ ਵਿਧੀ। ਕਹਿੰਦੇ ਰੋਜ਼ਨਾਮੇ ਦੀ ਜਿਹੜੀ ਲੇਖੇ ਦੀ ਵਿਧੀ ਸੀ ਨਾ, ਉਸ ਦੇ ਤਾਈਂ ਉਹ ਪਰਖ ਰਿਹਾ ਸੀ, ਵੇਖ ਰਿਹਾ ਸੀ, ਹਰ ਰੋਜ਼ ਦੇ ਲਾਭ ਦੇ, ਧਨ ਦੇ ਲਾਭ ਨੂੰ ਜੋੜ ਰਿਹਾ ਸੀ ਉਹ ਬੈਠਿਆ ਹੋਇਆ। ਰਹਿਓ ਜੋਰ ਹੋਵਤ ਨਹਿ ਸਿਧੀ। ਉਹ ਜੋੜਦਾ ਹੈ ਵਾਰ-ਵਾਰ ਆਪਣੇ ਰੋਜ਼ਨਾਮੇ ਦੇ ਲੇਖੇ ਨੂੰ, ਹਰ ਰੋਜ਼ ਦੇ ਲੇਖੇ ਨੂੰ, ਪਰ ਜੋੜਦਿਆਂ ਉਹਦੇ ਤੋਂ ਕਿਤੇ ਘਾਟ ਰਹਿ ਜਾਂਦੀ ਆ, ਪੂਰਾ ਨਹੀਂ ਹੁੰਦਾ ਲੇਖਾ। ਇਸ ਕਰਕੇ ਉਸ ਲੇਖੇ ਨੂੰ ਛੱਡਦਾ ਹੀ ਨਹੀਂ,
ਵਾਰ-ਵਾਰ ਜੋੜੀ ਜਾ ਰਿਹਾ ਹੈ। ਤੀਨ ਜਾਮ ਜਾਮਨ ਬਿਤ ਗਈ। ਕਹਿੰਦੇ ਇਸੇ ਕਿਰਿਆ ਦੇ ਵਿੱਚ 3 ਪਹਿਰ ਰਾਤ ਬੀਤ ਗਈ। ਉਹ ਬਾਣੀਆਂ ਲੇਖੇ ਦੇ ਵਿੱਚ ਮਸ਼ਗੂਲ ਰਿਹਾ, ਉਹਦਾ ਲੇਖਾ ਨਾ ਪੂਰਾ ਹੋਵੇ ਤੇ ਮੈਂ ਜਿਹੜੇ ਕਾਰਜ ਵਾਸਤੇ ਗਿਆ ਸੀ ਮੇਰਾ ਕਾਰਜ ਪੂਰਾ ਨਾ ਹੋਵੇ। ਉਹ ਬੈਠਾ ਗਿਣੀ ਜਾਂਦਾ ਹੈ, ਆਪਣਾ ਲੇਖਾ ਕਰੀ ਜਾਂਦਾ ਹੈ ਤੇ ਮੈਂ ਬੈਠਾ ਹੋਇਆ ਉਸ ਦੇ ਤਾਈਂ ਵੇਖੀ ਜਾਂਦਾ। 3 ਪਹਿਰ ਇਉਂ ਹੀ ਬਤੀਤ ਗਏ, ਮਤਲਬ 9 ਘੰਟੇ ਲੰਘ ਗਏ ਇਸੇ ਤਰੀਕੇ। ਗਿਨਤ ਮਤ ਮਾਤਾ ਤਿਆਗ ਨਾ ਦਈ। ਇਸ ਮੰਦੀ ਮੱਤ ਵਾਲੇ ਨੇ ਗਿਣਤੀ ਨੂੰ ਤਿਆਗਿਆ ਹੀ ਨਹੀਂ। ਜਾਗਤ ਇਸਤਰੀ ਵਿਆਕਲ ਹੋਈ। ਹੁਣ ਜਿਹੜੀ ਇਸ ਦੀ ਘਰ ਵਾਲੀ ਸੀ ਨਾ, ਇਸ ਦੇ ਬਰਾਬਰ ਜਾਗਦੀ ਬੈਠੀ ਸੀ, ਇਸ ਦੇ ਲੇਖੇ ਮੁੱਕਣ ਦੇ ਉਡੀਕ ਦੇ ਵਿੱਚ। ਉਹ ਵੇਖਦਿਆਂ ਵਿਚਾਰੀ ਆਪਣਾ ਧੀਰਜ ਗਵਾ ਬੈਠੀ, ਗੁੱਸੇ ਵਿੱਚ ਆ ਗਈ ਹੈ। ਦੁੱਧ ਕਟੋਰਾ ਭਰ ਕਰ ਸੋਈ। ਉਹ ਇੱਕ ਦੁੱਧ ਦਾ ਕਟੋਰਾ ਬਾਟਾ ਭਰ ਕਰਕੇ ਲੈ ਕਰਕੇ ਪਹੁੰਚੀ ਹੈ। ਢਿੱਗ ਹੋਏ ਕਹਿ ਸਮਝਾਵਨ ਕਾਜ। ਇਸ ਨੂੰ ਸਮਝਾਉਣ ਦੇ ਵਾਸਤੇ ਦੁੱਧ ਦਾ ਬਰਤਨ ਉਸਨੇ ਹੱਥ ਵਿੱਚ ਪਕੜਿਆ ਔਰ ਇਸ ਦੇ ਨੇੜੇ ਆ ਗਈ। ਆਏ ਨਾ ਪੀਓ ਤੈ ਪੁਛਿਆਜ। ਕਹਿਣ ਲੱਗੀ ਤੂੰ ਅੱਜ ਲੇਖਾ ਪੂਰਾ ਕਰਨ ਦੇ ਵਿੱਚ ਮਸ਼ਗੂਲ ਹੈ, ਉਲਝਿਆ ਹੋਇਆ ਹੈ, ਨਾ ਕੁਝ ਖਾਧਾ ਲੇਖਾ ਕਰਦਿਆਂ ਨਾ ਕੁਝ ਤੂੰ ਪੀਤਾ ਹੈ। ਜੇ ਆਬ ਤੁਝ ਤੇ ਜਾਏ ਨਾ ਦੇਖਾ। ਜੇ ਤੇਰੇ ਪਾਸੋਂ ਹੁਣ ਨਹੀਂ ਨਾ ਦੇਖਿਆ ਜਾਂਦਾ, ਲੇਖਾ ਤੇਰਾ ਪੂਰਾ ਨਹੀਂ ਹੋ ਰਿਹਾ ਹੈ। ਤਿਆਗ ਦੇਹੋ ਪਨਾ ਕੀਜੈ ਲੇਖਾ। ਫਿਰ ਦੋਹਰੇ ਲੇਖਾ ਕਰ ਲਵੀਂ। ਅੱਜ ਇਸ ਲੇਖੇ ਦੇ ਤਾਈਂ ਤੂੰ ਤਿਆਗ ਦੇ, ਹੁਣ ਨਾ ਕਰ, ਛੱਡ ਦੇ ਇਹ ਲੇਖਾ ਕਰਨਾ। ਹੁਣ ਤਬਾਕ ਕੋ ਰਿਸਤੀ ਰਾਚਾ। ਜਦੋਂ ਸੁਣਿਆ ਇਸ ਬਚਨ ਦੇ ਤਾਈਂ ਆਪਣੀ ਪਤਨੀ ਦੇ ਪਾਸੋਂ, ਇਸ ਬਾਣੀਏ ਨੇ ਇਹ ਗੁੱਸੇ ਦੇ ਵਿੱਚ ਆ ਗਿਆ ਉਸ ਸਮੇਂ। ਇਸਤਰੀ ਕੋ ਹਤਿਆਸ ਤਮਾਸਾ। ਕਹਿੰਦੇ ਗੁੱਸੇ ਦੇ ਵਿੱਚ ਆ ਕਰਕੇ ਆਪਣੀ ਇਸਤਰੀ ਦੇ ਤਾਈਂ, ਘਰਵਾਲੀ ਦੇ ਤਾਈਂ ਇਸਨੇ ਤਮਾਚਾ ਥੱਪੜ ਮਾਰ ਦਿੱਤਾ ਹੈ ਜੀ। ਭਈ ਕ੍ਰੋਧ ਧਾਰ ਗੇਰ ਕਟੋਰਾ। ਉਸ ਸਮੇਂ ਜਦੋਂ ਇਸਨੇ ਚਪੇੜ ਮਾਰੀ, ਤਮਾਚਾ ਮਾਰਿਆ, ਗੁੱਸੇ ਦੇ ਵਿੱਚ ਆਈ ਨੇ ਚਲਾ ਕੇ ਮਾਰਿਆ। ਦੁੱਧ ਦਾ ਬਾਟਾ ਉਹਨੇ ਹੱਥ ਵਿੱਚੋਂ ਡੋਲ ਦਿੱਤਾ ਹੈ ਦੁੱਧ ਦੇ ਤਾਈਂ, ਗੁੱਸੇ ਦੇ ਵਿੱਚ ਆ ਕਰਕੇ। ਦੂਧ ਬਿਥਾਰਿਓ ਪਤ ਕੀ ਓਰਾ। ਔਰ ਜਿਹੜਾ ਕਹਿੰਦੇ ਦੁੱਧ ਸੀ ਨਾ ਗੁੱਸੇ ਦੇ ਵਿੱਚ, ਉਹ ਡੋਲਿਆ ਵੀ ਆਪਣੇ ਪਤੀ ਵਾਲੇ ਪਾਸੇ ਨੂੰ ਕਰਕੇ। ਹੁਣ ਮਜਬੂਰ ਸੀ ਵਿਚਾਰੀ, 3 ਪਹਿਰਾਂ ਦੀ ਜਾਗਦੀ ਆ ਵੀ ਕਦੋਂ ਮੇਰੇ ਪਤੀ ਦਾ ਕੰਮ ਮੁੱਕੇ, ਰੋਟੀ ਪਾਣੀ ਖਵਾ ਕੇ ਮੈਂ ਸੌਵਾਂ। ਤੇ ਜੇ ਲੈ ਕੇ ਆਈ ਦੁੱਧ ਤੇ ਅੱਗੋਂ ਗੁੱਸੇ ਦੇ ਵਿੱਚ ਉਹਨੂੰ, ਇਹ ਹਰਕਤ ਹੀ ਇਸ ਦੀ ਐਸੀ ਸੀ। ਸੋ ਇਸ ਨੇ ਇਸ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਇਸ ਇਸਤਰੀ ਨੇ। ਕਹਿਓ ਸੂਮ ਤੁਮ ਭਇਓ ਮਹਾਨੇ। ਕਹਿਣ ਲੱਗੀ ਤੂੰ ਬਹੁਤ ਜ਼ਿਆਦਾ ਸੂਮ ਹੈ, ਤੂੰ ਬਹੁਤ ਜ਼ਿਆਦਾ ਕੰਜੂਸ ਹੈ। ਦੇਵ ਪਿਤਰ ਕਿਸਹੂ ਨਹਿ ਮਾਨੇ। ਨਾ ਤੂੰ ਕਿਸੇ ਦੇਵ ਨੂੰ ਮੰਨਦਾ ਹੈ, ਦੇਵਤੇ ਨੂੰ, ਨਾ ਤੂੰ ਕਿਸੇ ਆਪਣੇ ਵੱਡੇ ਵਡੇਰੇ ਪਿਤਰ ਦੇ ਤਾਈਂ ਮੰਨਦਾ ਹੈ, ਜਿਹੜੀ ਪੁਰਾਣੇ ਸਮੇਂ ਦੀ ਮਰਿਆਦਾ ਸੀ। ਇੱਕ ਦਮਰੀ ਪਰ ਰਾਤ ਗੁਜ਼ਾਰੀ। ਇੱਕ ਦਮੜੀ ਦਾ ਲੇਖਾ ਕਰਦੇ ਨੇ ਸਾਰੀ ਰਾਤ ਲੰਘਾ ਦਿੱਤੀ ਹੈ। ਇਹ ਕੰਜੂਸਾਂ ਦੀ ਹਾਲਾਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੂਮੈ ਧਨ ਵਰਤਨ ਕਉ ਦੇਆ, ਮੁਗਧ ਕਹੈ ਧਨ ਮੇਰਾ ਰਾਖਣ ਕਉ ਦੀਆ। ਕੰਜੂਸ ਵਿਅਕਤੀ ਨੂੰ ਰੱਬ ਨੇ ਧਨ ਦੀ ਸਾਂਭ ਕਰਨ ਦੇ ਲਈ ਧਨ ਦਿੱਤਾ, ਉਸ ਦੇ ਤਾਈਂ ਵਰਤ ਹੀ ਨਹੀਂ ਸਕਦਾ, ਉਹਦੇ ਕਰਮ ਹੀ ਐਸੇ ਹੈ। ਬਸ ਉਹਨੇ ਪ੍ਰਾਪਤ ਕਰ ਕਰਕੇ ਜੋੜੀ ਜਾਣਾ, ਸੰਭਾਲ ਕੇ ਰੱਖੀ ਜਾਣਾ। ਔਰ ਰੱਖਦਿਆਂ ਮੂਰਖ ਸੋਚਦਾ ਇਹ ਆ ਵੀ ਖਾਣੀ ਇਹ ਧਨ ਮੇਰਾ, ਮੇਰੇ ਤੋਂ ਕਦੇ ਇਹ ਛੁੱਟਣਾ ਹੀ ਨਹੀਂ। ਉਹਨੂੰ ਇਹ ਪਤਾ ਹੀ ਨਹੀਂ ਵੀ ਇਹ ਧਨ ਉਸ ਦਾ ਨਹੀਂ। ਜੇ ਉਸ ਦਾ ਹੋਵੇ ਤੇ ਉਸ ਨੂੰ ਵਰਤਨ ਦੀ ਵੀ ਆਗਿਆ ਹੋਵੇ। ਕੰਜੂਸ ਦੇ ਕਰਮ ਕੁਝ ਐਸੇ ਹੁੰਦੇ ਆ, ਜਿੰਨਾ ਮਰਜ਼ੀ ਧਨ ਪ੍ਰਾਪਤ ਹੋ ਜਾਵੇ ਵਰਤ ਨਹੀਂ ਸਕਦਾ ਹੁੰਦਾ। ਸੋ ਐਸੀ ਹਾਲਾਤ ਇਸ ਬਾਣੀਏ ਦੀ ਹੈ। ਇੱਕ ਦਮੜੀ ਕਹਿੰਦੀ, ਇੱਕ ਦਮੜੀ ਦੇ ਉੱਪਰ ਹੀ ਸਾਰੀ ਰਾਤ ਲੰਘਾ ਦਿੱਤੀ ਹੈ। ਲੇਖਾ ਕਰਦੇ ਨੇ। ਸਮਝਾਇਓ ਤੇਰੇ ਸਿਕਾਰ ਮਾਰੀ। ਜੇ ਤੈਨੂੰ ਸਮਝਾਇਆ ਤੇ ਗੁੱਸਾ ਕਰਕੇ ਅੱਗੋਂ ਮੇਰੇ ਤੂੰ ਚਮੇਟ ਮਾਰੀ ਹੈ, ਚਪੇੜ ਮਾਰੀ ਹੈ। ਕਹਿ ਦੁਖਤਾ ਹੋਏ ਦੁਖਿਆਰੀ। ਇਸ ਤਰੀਕੇ ਦੇ ਨਾਲ ਕਹਿ ਕਰਕੇ ਦੁਖੀ ਹੋ ਕੇ ਰੋਣ ਲੱਗ ਪਈ ਹੈ, ਵਿਰਲਾਪ ਕਰਨ ਲੱਗ ਪਈ। ਦੁਖੀ ਜਾਏ ਨੀਂਦ ਲੈ ਭਾਰੀ। ਔਰ ਸਾਰੀ ਰਾਤ ਦੀ ਇਹ ਜਾਗਦੀ ਹੋਈ ਇਸਤਰੀ ਵਿਚਾਰੀ ਜਾ ਕਰਕੇ ਸੌਂ ਗਈ। ਕਹਿੰਦੇ ਭਾਰੀ ਗੂੜੀ ਨੀਂਦ ਦੇ ਵਿੱਚ ਡੁੱਬ ਗਈ ਹੈ। ਭਈ ਕਲਹ ਬਨੀਏ ਦੁਖ ਪਾਇਓ। ਜਦੋਂ ਇਸ ਬਾਣੀਏ ਨੇ ਵੇਖਿਆ ਵੀ ਮੇਰੇ ਘਰ ਦੇ ਵਿੱਚ ਕਲੇਸ਼ ਪੈ ਗਿਆ, ਇਹ ਵੀ ਉਸ ਸਮੇਂ ਦੁਖੀ ਹੋਇਆ। ਜੀ ਵਾਹੀ ਤਿਹ ਠਾਸ ਪਤਾਇਓ। ਔਰ ਉਸ ਵਹੀ ਨੂੰ ਉੱਥੇ
ਹੀ ਰੱਖ ਕੇ ਉਸੇ ਹੀ ਥਾਂ ਤੇ ਜਿੱਥੇ ਹਿਸਾਬ ਕਰਦਾ ਸੀ ਮੌਜ ਦੇ ਵਿੱਚ ਸੌਂ ਗਿਆ। ਫਿਰ ਜਬ ਦੋਨ ਕਰਹੁ ਸੁਧ ਨਹਿ ਰਹੀ। ਕਹਿੰਦੇ ਜਦੋਂ ਇਹਨਾਂ ਦੋਵਾਂ ਦੇ ਤਾਈਂ ਸੁੱਤਿਆਂ ਹੋਇਆਂ ਨੂੰ ਕੋਈ ਖਬਰ ਨਾ ਰਹੀ, ਕਿਸੇ ਪ੍ਰਕਾਰ ਦੀ ਹੋਸ਼ ਇਹਨਾਂ ਨੂੰ ਰਹੀ ਨਾ ਇਹਨਾਂ ਦੀ ਮੱਤ ਦੇ ਵਿੱਚ। ਰਿਓ ਏਕ ਥਾਲ ਮੈਂ ਸਭ ਲਹੀ। ਔਰ ਕਹਿੰਦੇ ਉਸ ਸਮੇਂ ਮੈਂ ਇੱਕ ਥਾਂ ਦੇ ਉੱਪਰ ਛੁਪਿਆ ਹੋਇਆ ਸੀ। ਉਸ ਸਮੇਂ ਇਸ ਸਾਰੀ ਘਟਨਾ ਨੂੰ ਮੈਂ ਛੁਪੇ ਹੋਏ ਨੇ, ਲੁਕੇ ਹੋਏ ਨੇ ਪਰਖਿਆ ਹੈ। ਜਾਏ ਚੁਬਾਰੇ ਮਹਿ ਬਾਰ ਗਇਓ। ਫਿਰ ਮੈਂ ਜਾ ਕਰਕੇ ਚੁਬਾਰੇ ਦੇ ਵਿੱਚ ਪ੍ਰਵੇਸ਼ ਕਰ ਲਿਆ, ਲੁਕੀ ਹੋਈ ਥਾਂ ਦੇ ਵਿੱਚੋਂ ਬਾਹਰ ਨਿਕਲਿਆ। ਧਰਿਓ ਸੰਤੂਖ ਨਿਹਾਰਤਾ ਭਇਓ। ਜਿਹੜਾ ਇਸ ਦੇ ਪਾਸ ਬਾਣੀਆਂ ਨੇ ਆਪਣੇ ਸੰਦੂਕ ਰੱਖਿਆ ਹੋਇਆ ਸੀ, ਉਸ ਸੰਦੂਕ ਨੂੰ ਮੈਂ ਵੇਖਿਆ ਪਰਖਿਆ ਹੈ। ਹਰ ਬਲ ਕੋ ਬਹਾ ਤੋਰਿਓ ਤਾਰਾ। ਔਰ ਆਪਣੇ ਸਰੀਰ ਦਾ ਜ਼ੋਰ ਕਰਕੇ, ਹੱਥਾਂ ਦਾ ਬਲ ਕਰਕੇ ਮੈਂ ਇਸ ਦਾ ਤਾਲਾ ਤੋੜ ਦਿੱਤਾ। ਕੀ ਖੋਲ ਬੀਚ ਕਰ ਡਾਰਾ। ਔਰ ਇਸ ਦੇ ਤਾਈਂ ਖੋਲ ਕਰਕੇ ਇਸ ਦਾ ਕਪਾਟ ਤੇ ਇਸ ਸੰਦੂਖ ਦੇ ਵਿੱਚ ਮੈਂ ਹੱਥ ਪਾ ਲਿਆ ਹੈ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸੋ ਸਮਾਪਤੀ ਹੈ ਜੀ। ਕਰ ਬਲ ਕੋ ਬਹਾ ਤੋਰਿਓ ਤਾਰਾ। ਤਾਕੀ ਖੋਲ ਬੀਚ ਕਰ ਡਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ